ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਤੇ ਪੱਖ ਦੇ ਮੁੱਦਿਆਂ ਦੇ ਨਾਲ ਜੁੜੇ ਕੁਝ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਕਾਂਗਰਸ ਦੇ ਅੰਦਰ ਇੱਕ ਵਾਰ ਫਿਰ ਤੋਂ ਵੱਡਾ ਕਲੇਸ਼ ਛਿੜ ਗਿਆ। ਨਵਜੋਤ ਸਿੰਘ ਸਿੱਧੂ ਦੀ ਇੱਕ ਲਿਸਟ ਜਿਹੜੀ ਹਾਈ ਕਮਾਨ ਨੂੰ ਭੇਜੀ ਗਈ ਸੀ, ਉਸ ਲਿਸਟ ਦੇ ਉੱਪਰ ਪੰਜਾਬ ਦੇ ਕੁਝ ਮੰਤਰੀ ਅਤੇ ਐਮਐਲਏ ਜਿਹੜੇ ਆ ਉਹ ਨਾਰਾਜ਼ ਦੱਸੇ ਜਾ ਰਹੇ ਨੇ। ਕੀ ਉਹ ਲਿਸਟ ਹੈ ਤੇ ਕੀ ਹਾਈ ਕਮਾਨ ਨੇ ਉਹ ਲਿਸਟ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੀ ਵਾਕਈ ਹੀ ਰੋਕ ਲਈ ਹੈ ਨਾਰਾਜ਼ ਮੰਤਰੀਆਂ ਤੇ ਐਮਐਲਏਆਂ ਦੇ ਚੱਲਦੇ? ਕੀ ਲਿਸਟ ਰੋਕਣ ਦੇ ਨਾਲ ਨਵਜੋਤ ਸਿੰਘ ਸਿੱਧੂ ਫਿਰ ਨਾਰਾਜ਼ ਤਾਂ ਨਹੀਂ ਹੋ ਜਾਣਗੇ, ਕਿਤੇ ਫਿਰ ਅਸਤੀਫਾ ਤਾਂ ਨਹੀਂ ਦੇ ਦੇਣਗੇ? ਇਸ ਤੇ ਵੀ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਕਲੇਸ਼ ਹੈ ਇਹ ਮਗਦਾ ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਵਿਛੜ ਗਿਆ। ਜਿਸ ਤਰੀਕੇ ਦੇ ਨਾਲ ਪਹਿਲਾਂ ਕੈਪਟਨ ਵਰਸਸ ਨਵਜੋਤ ਸਿੰਘ ਸਿੱਧੂ ਸੀ ਤੇ ਹੁਣ ਨਵਜੋਤ ਸਿੰਘ ਸਿੱਧੂ ਵਰਸਸ ਸੁਨੀਲ ਜਾਖੜ ਹੋ ਗਿਆ। ਉੱਥੇ ਹੀ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਭਲਕ ਵੱਡਾ ਫੈਸਲਾ ਲੈ ਸਕਦੇ ਨੇ। ਕੀ ਉਹ ਵੱਡਾ ਫੈਸਲਾ ਹੋਏਗਾ, ਇਸ ਤੇ ਗੱਲਬਾਤ ਕਰਾਂਗੇ। ਤੇ ਗੱਲਬਾਤ ਨਾਲ ਦੀ ਨਾਲ ਕਰਾਂਗੇ ਕਿ ਕਿਸਾਨ ਜਥੇਬੰਦੀਆਂ ਨੂੰ ਸੁਨੇਹਾ ਆ ਗਿਆ ਕੇਂਦਰ ਦਾ, ਉਹਨਾਂ ਦੇ ਵੱਲੋਂ 5 ਮੈਂਬਰੀ ਕਮੇਟੀ ਦੇ ਨਾਮ ਮੰਗੇ ਗਏ ਨੇ, ਪਰ ਕਿਸਾਨ ਹਾਲੇ ਵੀ ਇਸ ਤੇ ਨਾਰਾਜ਼ ਨੇ। ਕੀ ਕਹਿੰਦੇ ਨੇ ਕਿਸਾਨ? ਕੇਂਦਰ ਦੇ ਇਸ ਸੱਦੇ ਤੋਂ ਬਾਅਦ ਵੀ 5 ਮੈਂਬਰੀ ਕਮੇਟੀ ਜਿਹੜੀ ਨਾਮ ਉਹਨਾਂ ਦੇ ਵੱਲੋਂ ਮੰਗੇ ਗਏ ਨੇ, ਜਿਹੜੀ ਐਮਐਸਪੀ ਦੇ ਉੱਤੇ ਬਣਨੀ ਹੈ ਕਮੇਟੀ, 5 ਕਿਸਾਨਾਂ ਦੇ ਨਾਮ ਮੰਗੇ ਗਏ ਨੇ, ਪਰ ਕਿਸਾਨ ਨਾਰਾਜ਼ ਨੇ। ਕੀ ਕੁਝ ਕਹਿੰਦੇ ਨੇ ਕਿਸਾਨ, ਇਸ ਤੇ ਵੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਵੱਖ-ਵੱਖ ਖਬਰਾਂ ਤੇ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਇੱਕ ਲਿਸਟ ਕਹਿੰਦੇ ਦੱਸੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਿਸਟ ਜਿਹੜੀ ਆ ਉਹ ਹਾਈ ਕਮਾਨ ਨੂੰ ਭੇਜੀ ਗਈ ਸੀ ਤੇ ਉਸ ਲਿਸਟ ਦੇ ਉੱਪਰ ਜਿਹੜੇ ਆ ਕੁਝ ਮੰਤਰੀ ਤੇ ਵਿਧਾਇਕ ਜਿਹੜੇ ਨਾਰਾਜ਼ ਸੀ ਨਵਜੋਤ ਸਿੰਘ ਸਿੱਧੂ ਤੋਂ, ਜਿਹਦੇ ਕਰਕੇ ਕਹਿੰਦੇ ਉਹ ਲਿਸਟ ਜਿਹੜੀ ਹੈ ਹਾਈ ਕਮਾਨ ਦੇ ਵੱਲੋਂ ਰੋਕ ਲਈ ਗਈ ਹੈ। ਪਹਿਲਾਂ ਤਾਂ ਇਹ ਦੱਸ ਦਿਓ ਕਿ ਉਹ ਲਿਸਟ ਕੀ ਹੈ, ਰੋਕੀ ਕਿਉਂ ਗਈ? ਜੀ ਸੁਖਵਿੰਦਰ ਜੀ, ਦੇਖੋ, ਜਦੋਂ ਤੁਸੀਂ ਕਿਸੇ ਵੀ ਸਟੇਟ ਦੇ ਕਿਸੇ ਵੀ ਪਾਰਟੀ ਵੱਲੋਂ ਪ੍ਰਧਾਨ ਚੁਣੇ ਜਾਂਦੇ ਹੋ ਔਰ ਉਹਦੇ ਵਿੱਚ ਪ੍ਰਧਾਨ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ? ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਤੁਸੀਂ ਆਪਣੇ ਜਥੇਬੰਦਕ ਢਾਂਚੇ ਨੂੰ ਡਿਵੈਲਪ ਕਰਨਾ ਹੁੰਦਾ ਹੈ, ਉਹਦੇ ਵਿੱਚ ਤਬਦੀਲੀਆਂ ਕਰਨੀਆਂ ਹੁੰਦੀਆਂ ਨੇ, ਉਹਦੇ ਵਿੱਚ ਤੁਸੀਂ ਮੈਰਿਟ ਦੇ ਅਨੁਸਾਰ ਜਿਹੜੇ ਵੀ ਲੋਕ ਡਿਜ਼ਰਵ ਕਰਦੇ ਆ, ਜਿਹੜੇ ਵੀ ਵਲੰਟੀਅਰ ਡਿਜ਼ਰਵ ਕਰਦੇ ਆ, ਉਹਨਾਂ ਨੂੰ ਅੱਗੇ ਲਿਆਉਣਾ ਹੁੰਦਾ ਹੈ ਤੇ ਉਹਨਾਂ ਦੇ ਨਾਮ ਨੂੰ ਯਾਨੀ ਕਿ ਅਗਲੀਆਂ ਜਿਹੜੀਆਂ ਟਿਕਟਾਂ ਦੀ ਵੰਡ ਦੇ ਵਿੱਚ ਜਾਂ ਹੋਰ ਜਿੱਥੇ ਵੀ ਲੱਗਦਾ ਹੈ ਕਿ ਉਹ ਸਮਾਜ ਦਾ ਭਲਾ ਕਰ ਸਕਦੇ ਆ, ਇਹ ਲੋਕ ਸਮਾਜ ਨੂੰ ਕੁਝ ਦੇ ਸਕਦੇ ਆ, ਸਮਾਜ ਦੇ ਲਈ ਸਮਰਪਿਤ ਨੇ, ਉਹਨਾਂ ਨੂੰ ਚੁਣਨਾ ਹੁੰਦਾ ਹੈ ਤੇ ਉਹਨਾਂ ਨੂੰ ਅੱਗੇ ਲਿਆ ਕੇ ਯਾਨੀ ਕਿ ਉਹਨਾਂ ਨੂੰ ਅਹੁਦੇਦਾਰੀਆਂ ਵੰਡਣੀਆਂ ਹੁੰਦੀਆਂ ਨੇ। ਇਹ ਹੁੰਦਾ ਜਥੇਬੰਦਕ ਢਾਂਚੇ ਦਾ ਕੰਮ। ਸੋ ਇਸ ਕਰਕੇ ਪਾਰਟੀ ਦੇ ਅੰਦਰ ਜਿਹੜੇ ਢਾਂਚੇ ਹੁੰਦੇ ਆ, ਪਾਰਟੀ ਦੇ ਵਿੱਚ, ਹਾਂ, ਜੇ ਤੁਸੀਂ ਪਾਰਟੀ ਦੇ ਵਿੱਚ ਬੂਥ ਲੈਵਲ ਦੇ ਜਿਹੜੇ ਨੇ ਬੰਦੇ ਚੁਣਨੇ ਨੇ ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਮੈਰਿਟ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਔਰ ਇਹੀ ਕੰਮ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ ਕੀਤਾ ਹੈ, ਬਕਾਇਦਾ ਤੌਰ ਤੇ, ਚਾਹੇ ਉਹ ਬਲਾਕ ਪ੍ਰਧਾਨਾਂ ਦੀ ਲਿਸਟ ਹੋਵੇ, ਚਾਹੇ ਜ਼ਿਲ੍ਹੇ ਪ੍ਰਧਾਨਾਂ ਦੀ ਲਿਸਟ ਹੋਵੇ, ਜਾਂ ਇੱਥੋਂ ਤੱਕ ਬੂਥ ਤੋਂ ਲੈ ਕੇ ਜ਼ਿਲ੍ਹੇ ਪ੍ਰਧਾਨਾਂ ਤੱਕ ਉਹਨਾਂ ਨੇ ਬਕਾਇਦਾ ਬਹੁਤ ਮਿਹਨਤ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੂਰੀ ਦੀ ਪੂਰੀ ਲਿਸਟ ਬਣਾਈ ਸੀਗੀ ਔਰ ਉਹ ਲਿਸਟ ਦੇ ਉੱਤੇ ਲਗਾਤਾਰ ਕੰਮ ਹੋਇਆ ਸੀਗਾ। ਔਰ ਉਹ ਲਿਸਟ ਜਦੋਂ ਹਾਈ ਕਮਾਂਡ ਨੂੰ ਸੌਂਪੀ ਗਈ ਤਾਂ ਉਹਦੇ ਵਿੱਚ ਕਈ ਜਿਹੜੇ, ਜਿਵੇਂ ਤੁਸੀਂ ਦੱਸ ਰਹੇ ਹੋ, ਕਈ ਨੇਤਾਵਾਂ ਨੇ ਇਤਰਾਜ਼ ਜ਼ਾਹਿਰ ਕੀਤਾ ਔਰ ਇਹਦਾ ਇਤਰਾਜ਼ ਦਾ ਵੱਡਾ ਕਾਰਨ ਇਹੀ ਸੀਗਾ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਸਾਡੇ ਬੰਦੇ ਜਿਹੜੇ ਨੇ ਇਗਨੋਰ ਹੋਏ ਨੇ, ਯਾਨੀ ਕਿ ਕੁਝ ਲੋਕਾਂ ਨੂੰ ਇਹੀ ਇਤਰਾਜ਼ ਲੱਗਦਾ ਹੈ ਕਿ ਉਹਨਾਂ ਦੇ ਖਾਸਮ ਖਾਸ ਜਿਹੜੇ ਨੇ ਉਹ ਉਹਨਾਂ ਦੇ ਉਸ ਲਿਸਟ ਦੇ ਵਿੱਚ ਸ਼ਾਮਲ ਨਹੀਂ ਕੀਤੇ ਗਏ। ਇਹੀ ਕਾਰਨ ਹੈ ਕਿ ਇਹ ਲਿਸਟ ਜਿਹੜੀ ਹਰੀਸ਼ ਚੌਧਰੀ ਜੀ ਨੇ ਰੋਕ ਲਈ ਹੈ ਔਰ ਹਰੀਸ਼ ਚੌਧਰੀ ਜੀ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਮੁਲਾਕਾਤ ਕਰਕੇ, ਗੱਲਬਾਤ ਕਰਕੇ, ਯਾਨੀ ਕਿ ਉਹਨਾਂ ਦੇ ਉੱਤੇ ਜਿਹੜਾ ਹੈਗਾ ਡਿਸੀਜਨ ਲੈਣਗੇ ਔਰ ਉਮੀਦ ਇਹੀ ਹੈ ਕਿ ਮਸਲਾ ਜਲਦੀ ਹੱਲ ਹੋ ਜਾਏਗਾ। ਜੇਕਰ ਇਹ ਮਸਲਾ ਹੌਲੀ ਹੌਲੀ ਭਖਦਾ ਨਜ਼ਰ ਆਏਗਾ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਕਾਂਗਰਸ ਨੂੰ 22 ਦੀਆਂ ਚੋਣਾਂ ਦੇ ਵਿੱਚ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਜੇਕਰ ਇਸ ਲਿਸਟ ਦੇ ਅਨੁਸਾਰ ਬੰਦੇ ਨਹੀਂ ਚੁਣੇ ਜਾਂਦੇ ਜਾਂ ਜੋ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ, ਜਿਸ ਕਿਸਮ ਦੇ ਲੋਕਾਂ ਨੂੰ, ਜਿਸ ਕਿਸਮ ਦੇ ਵਲੰਟੀਅਰਾਂ ਨੂੰ ਉਹ ਅੱਗੇ ਲਿਆਉਣਾ ਚਾਹੁੰਦੇ ਨੇ, ਜੇਕਰ ਉਹ ਨਹੀਂ ਆਉਂਦੇ, ਉਹਨਾਂ ਦੀ ਜਗ੍ਹਾ ਕੋਈ ਹੋਰ ਦੂਸਰੇ ਵਲੰਟੀਅਰ ਆਉਂਦੇ ਨੇ ਜਾਂ ਜਿਹੜੇ ਇਸ ਵੇਲੇ ਕੰਮ ਕਰ ਰਹੇ ਨੇ ਉਹੀ ਰਹਿੰਦੇ ਨੇ, ਤਾਂ ਉਹਦੇ ਨਾਲ ਨਾਰਾਜ਼ਗੀ ਜਿਹੜੀ ਹੈਗੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਪਾਰਟੀ ਦੇ ਨਾਲ ਹੋਰ ਵੱਧ ਸਕਦੀ ਹੈ ਤੇ ਹੋਰ ਉਹ ਜਿਹੜਾ ਪਾੜ ਹੈ ਹੋਰ ਜ਼ਿਆਦਾ ਵੱਧ ਸਕਦਾ ਹੈ। तो नतीजा की निकलेगा इस पार्ट का, इस विरोध का?
22 ਦੀਆਂ ਚੋਣਾਂ ਦੇ ਵਿੱਚ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਕਾਟੋ ਕਲੇਸ਼ ਪਿਆ ਰਿਹਾ, ਲਗਭਗ ਆਪਾਂ 6-7 ਮਹੀਨਿਆਂ ਤੋਂ ਪ੍ਰੋਗਰਾਮ ਕਰ ਰਹੇ ਹਾਂ, ਉਹਦੇ ਵੱਡੇ ਕਾਰਨ ਇਹੀ ਨੇ ਕਿ ਜਿਹੜੇ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੇ ਕੈਪਟਨ ਸਾਹਿਬ ਦਾ ਧੜਾ ਹੈ ਉਹ ਅੱਗੇ ਆ ਰਹੇ ਸੀਗੇ ਲੋਕ, ਔਰ ਇਸੇ ਤਰ੍ਹਾਂ ਕੈਪਟਨ ਸਾਹਿਬ ਦੇ ਧੜੇ ਨੂੰ ਹੁਣ ਜਿਹੜਾ ਹੈਗਾ ਪਿੱਛੇ ਕਰਕੇ ਨਵੇਂ ਧੜੇ ਦੇ, ਖਾਸ ਤੌਰ ਤੇ ਜਿਹੜੇ ਚੰਨੀ ਸਾਹਿਬ ਦਾ ਧੜਾ ਹੈ ਉਹਨਾਂ ਦੇ ਬੰਦੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਨੀ ਕਿ ਜਿਹੜੀ ਗਰੁੱਪਿਜ਼ਮ ਹੈ ਇਸ ਵੇਲੇ ਕਾਂਗਰਸ ਦੇ ਵਿੱਚ, ਜਿਹਦੇ ਵਿੱਚ ਕਈ ਧੜੇ ਨਜ਼ਰ ਆ ਰਹੇ ਨੇ, ਜਿਹਦੇ ਵਿੱਚ ਚੰਨੀ ਸਾਹਿਬ ਦਾ ਧੜਾ ਆਪਾਂ ਕਹਿ ਸਕਦੇ ਹਾਂ, ਔਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਧੜਾ ਹੈ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਸੁਖਜਿੰਦਰ ਰੰਧਾਵਾ ਹੋਰਾਂ ਦਾ ਧੜਾ ਵੱਖਰਾ ਹੈ, ਔਰ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਔਰ ਦੁੱਲੋ ਸਾਹਿਬ ਦਾ ਧੜਾ ਹੈ, ਔਰ ਰਵਨੀਤ ਸਿੰਘ ਬਿੱਟੂ ਹੋਰਾਂ ਦਾ ਧੜਾ ਹੈ। ਯਾਨੀ ਕਿ ਜਿਹੜੀ ਇਹ ਧੜੇਬੰਦੀ ਹੈ ਇਹ ਸਾਫ਼ ਇਸ ਵੇਲੇ ਝਲਕਦੀ ਨਜ਼ਰ ਆ ਰਹੀ ਹੈ। ਇਹ ਵੱਖ-ਵੱਖ ਧੜੇ ਜਿਹੜੇ ਨੇ ਇਹ ਕੋਸ਼ਿਸ਼ ਕਰਨਗੇ ਕਿ ਇਹਨਾਂ ਦੇ ਆਪਣੇ ਜਿਹੜੇ ਨੁਮਾਇੰਦੇ ਨੇ। ਸੌਖੀ ਜਿਹੀ ਗੱਲ ਇਹ ਹੈ ਜਿਹੜੀ ਤੁਸੀਂ ਦੱਸ ਕੇ ਹਟੇ ਹੋ ਕਿ ਜੇਕਰ ਨਵਜੋਤ ਸਿੰਘ ਸਿੱਧੂ ਦੀ ਪਹਿਲਾਂ ਤਾਂ ਸਰਕਾਰ ਦੇ ਅੰਦਰ ਚੱਲਦੀ ਨਹੀਂ, ਵਾਰ-ਵਾਰ ਉਹ ਨਾਰਾਜ਼ਗੀ ਵੀ ਜ਼ਾਹਰ ਕਰਦੇ ਨੇ ਕਿ ਸਰਕਾਰ ਵਧੀਆ ਤਰੀਕੇ ਨਾਲ ਕੰਮ ਨਹੀਂ ਕਰਦੀ, ਤੇ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਭਾਈ ਤੁਸੀਂ ਸਰਕਾਰ ਵਾਲੀ ਪਾਰਟੀ ਦੇ ਪ੍ਰਧਾਨ ਹੋ, ਤੁਸੀਂ ਕਿਉਂ ਨਹੀਂ ਕਰਦੇ, ਤਾਂ ਉਹ ਵਾਰ-ਵਾਰ ਇਹੀ ਗੱਲ ਕਹਿੰਦੇ ਆ ਕਿ ਭਾਈ ਸਰਕਾਰ ਦੀ ਪਾਵਰ ਮੇਰੇ ਕੋਲ ਨਹੀਂ ਆ, ਮੇਰੇ ਕੋਲ ਸੰਗਠਨਾਤਮਕ ਢਾਂਚੇ ਦੀ ਜਿਹੜੀ ਪਾਵਰ ਆ, ਮੇਰੇ ਕੋਲੇ ਜਥੇਬੰਦਕ ਢਾਂਚੇ ਦੀ ਪਾਵਰ ਹੈ, ਯਾਨੀ ਕਿ ਪਾਰਟੀ ਦੀ ਪਾਵਰ ਹੈ। ਤੇ ਜੇਕਰ ਫਿਰ ਪਾਰਟੀ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦੀ ਨਹੀਂ ਚੱਲਣ ਦਿੱਤੀ ਜਾਊਗੀ ਤਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਫਿਰ ਬਣਾਇਆ ਹੀ ਕਿਉਂ ਹੈ? ਫਿਰ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਮੁੱਲ ਲੈਣ ਵਾਲੀ ਗੱਲ ਹੈ ਜੇਕਰ ਉਹਨਾਂ ਦੀ ਬਣਾਈ ਗਈ ਲਿਸਟ ਜਿਹੜੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਵੱਡੇ ਵੱਡੇ ਦਾਅਵੇ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਨੂੰ ਗੱਲਾਂ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਨਵੇਂ ਬੰਦੇ ਆਉਣ ਦੇ ਨਾਲ ਜਿਹੜੇ ਆ ਇਹ ਸਾਰਾ ਹੱਲ ਹੋ ਸਕਦਾ। ਆਮ ਲੋਕ ਵੀ ਇਹੀ ਚਾਹੁੰਦੇ ਨੇ ਕਿ ਜੇਕਰ ਨਵੇਂ ਬੰਦੇ ਜ਼ਿਆਦਾ ਤੋਂ ਜ਼ਿਆਦਾ ਸਿਆਸਤ ਦੇ ਵਿੱਚ ਆਉਣ, ਚਾਹੇ ਉਹ ਕੋਈ ਵੀ ਪਾਰਟੀ ਹੋਵੇ, ਤਾਂ ਜਿਹੜਾ ਲਾਹਾ ਹੋ ਸਕਦਾ ਪੰਜਾਬ ਨੂੰ। ਨਵੀਂ ਨੌਜਵਾਨ ਪੀੜ੍ਹੀ ਦਾ ਆਪਾਂ ਦੇਖਿਆ ਕਿ ਰਾਜਾ ਵੜਿੰਗ ਹੁਣੀ ਨੌਜਵਾਨ MLA ਨੇ, ਨੌਜਵਾਨ ਮੰਤਰੀ ਨੇ, ਵਧੀਆ ਕੰਮ ਕਰਕੇ ਦਿਖਾ ਰਹੇ ਨੇ। ਤਾਂ ਇਹ ਉਮੀਦ ਕੀਤੀ ਜਾ ਰਹੀ ਹੈ ਨਵੇਂ ਚਿਹਰਿਆਂ ਦੇ ਆਉਣ ਦੇ ਨਾਲ ਸਿਆਸਤ ਦੇ ਵਿੱਚ ਤਬਦੀਲੀ ਲਿਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਉਸੇ ਪਾਸੇ ਨਵਜੋਤ ਸਿੰਘ ਸਿੱਧੂ ਤੁਰੇ ਹੋਏ ਨੇ। ਪਰ ਜੇਕਰ ਵਾਕਈ ਹੀ ਇਹ ਚੀਜ਼ ਨਹੀਂ ਹੋਣ ਦਿੰਦੀ ਹਾਈ ਕਮਾਂਡ ਤੇ ਜਿਹੜੇ ਪੁਰਾਣੇ MLA ਮੰਤਰੀ ਆ, ਜੇ ਇਹ ਸਿੱਧੂ ਦੀ ਇਹ ਚੀਜ਼ ਨਹੀਂ ਚੱਲਣ ਦਿੰਦੇ, ਤਾਂ ਫਿਰ ਕੀ ਲੱਗਦਾ ਜਿੱਥੇ ਸਿੱਧੂ ਦੀ ਨਾਰਾਜ਼ਗੀ ਮੁੱਲ ਲਈ ਜਾ ਰਹੀ ਹੈ, ਉੱਥੇ ਲੋਕਾਂ ਦੀ ਵੀ ਨਾਰਾਜ਼ਗੀ ਦਾ ਜਿਹੜਾ ਗੁੱਸਾ ਜਿਹੜਾ ਫੁੱਟ ਸਕਦਾ। ਸੁਖਵਿੰਦਰ ਜੀ, ਇਕੱਲੇ ਇਹ ਨਹੀਂ ਕਿ ਲੋਕ ਚਾਹੁੰਦੇ ਨੇ ਜਾਂ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ। ਇਸ ਵੇਲੇ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਔਰ ਜਿਹਦੇ ਵਿੱਚ ਰਾਹੁਲ ਗਾਂਧੀ ਜੀ ਸ਼ਾਮਲ ਨੇ, ਜਿਹਦੇ ਵਿੱਚ ਪ੍ਰਿੰਕਾ ਜੀ ਸ਼ਾਮਲ ਨੇ, ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਲੋਕ ਸ਼ਾਮਲ ਨੇ, ਉਹ ਵੀ ਇਹ ਗੱਲ ਚਾਹੁੰਦੇ ਨੇ ਕਿ ਨੌਜਵਾਨ ਲੋਕਾਂ ਨੂੰ ਅੱਗੇ ਲੈ ਕੇ ਆਓ, ਨੌਜਵਾਨਾਂ ਨੂੰ ਅੱਗੇ ਲੈ ਕੇ ਆਓ, ਖਾਸ ਤੌਰ ਤੇ ਜਿਹੜੇ ਆਪਣੇ ਖਿੱਤੇ ਨੂੰ ਪਿਆਰ ਕਰਨ ਵਾਲੇ, ਆਪਣੇ ਖਿੱਤੇ ਨੂੰ ਸਮਰਪਿਤ ਜਿਹੜੇ ਨੇ, ਉਹਦਾ ਵਲੰਟੀਅਰਾਂ ਨੂੰ ਤੁਸੀਂ ਅੱਗੇ ਲੈ ਕੇ ਆਓ। ਸੋ ਕਹਿਣ ਦਾ ਮਤਲਬ ਹੈ ਕਿ ਇਹਦਾ ਮਤਲਬ ਇਹ ਨਹੀਂ ਕਿ ਇਕੱਲੇ ਨਵਜੋਤ ਸਿੰਘ ਸਿੱਧੂ ਇਹ ਚਾਹੁੰਦੇ ਨੇ ਕਿ ਮੈਂ ਨਵੇਂ ਵਲੰਟੀਅਰ ਨੂੰ ਅੱਗੇ ਲਿਆਉਂਗਾ ਔਰ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਲਿਆਉਂਗਾ, ਡਿਜ਼ਰਵ ਕਰਨ ਵਾਲੇ ਲੋਕਾਂ ਨੂੰ ਅੱਗੇ ਲਿਆਵਾਂਗਾ, ਮੈਰਿਟ ਦੇ ਅਨੁਸਾਰ ਮੈਂ ਅੱਗੇ ਲੈ ਕੇ ਆਵਾਂਗਾ ਲੋਕਾਂ ਨੂੰ। ਸੋ ਕਹਿਣ ਦਾ ਮਤਲਬ ਹੈ ਕਿ ਸਾਰਾ ਇਸ ਵੇਲੇ ਜੇ ਆਪਾਂ ਕਾਂਗਰਸ ਦੀ ਹਾਈ ਕਮਾਂਡ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਹਾਈ ਕਮਾਂਡ ਦੀ ਵੀ ਇਹੀ ਇੱਛਾ ਹੈ। ਜਦੋਂ ਅਸੀਂ ਹਾਈ ਕਮਾਂਡ ਵੱਲੋਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਪੂਰੇ ਨੈਸ਼ਨਲ ਲੈਵਲ ਤੇ, ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਵੇਂ ਚਿਹਰਿਆਂ ਨੂੰ ਉਹ ਚਾਹੁੰਦੇ ਨੇ ਕਿ ਅੱਗੇ ਆਉਣ। ਇਸੇ ਤਰ੍ਹਾਂ ਤੁਸੀਂ ਦੇਖਿਆ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਰਾਜਸਥਾਨ ਦਾ ਜਿਹੜਾ ਹੈਗਾ ਦੁਫਾੜ ਪਿਆ ਸੀਗਾ, ਉੱਥੇ ਸਮੱਸਿਆਵਾਂ ਆਈਆਂ ਸੀਗੀਆਂ, ਤਾਂ ਉਹਨਾਂ ਨੇ ਉੱਥੇ ਵੀ ਜਿਹੜਾ ਹੈਗਾ ਵੱਡੇ ਪੱਧਰ ਤੇ ਚੇਂਜਿਸ ਕੀਤੀਆਂ ਸੀਗੀਆਂ, ਵੱਡੇ ਪੱਧਰ ਤੇ ਜਿਹੜਾ ਹੈਗਾ ਕੈਬਨਿਟ ਮੰਤਰੀਆਂ ਨੂੰ ਬਦਲ ਦਿੱਤਾ ਗਿਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਚਾਹੇ ਨਵਜੋਤ ਸਿੰਘ ਜੀ ਹੋਣ, ਚਾਹੇ ਹਾਈ ਕਮਾਂਡ ਹੋਵੇ, ਰਾਹੁਲ ਜੀ ਹੋਣ, ਪ੍ਰਿੰਕਾ ਜੀ ਹੋਣ, ਉਹ ਤਾਂ ਇਹ ਚਾਹ ਰਹੇ ਨੇ ਕਿ ਕਿਵੇਂ ਨਾ ਕਿਵੇਂ ਤੁਸੀਂ ਪੰਜਾਬ ਨੂੰ ਜਿੱਤਣ ਦੇ ਲਈ, ਪੰਜਾਬ ਦੇ ਵਿੱਚ ਦੁਬਾਰਾ ਸੱਤਾ ਕਾਇਮ ਕਰਨ ਦੇ ਲਈ ਤੁਸੀਂ ਨਵੇਂ ਚਿਹਰਿਆਂ ਨੂੰ ਅੱਗੇ ਲੈ ਕੇ ਆਓ, ਔਰ ਜਿਹੜੇ ਸਮਰਪਿਤ ਚਿਹਰੇ ਨੇ ਔਰ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਮੈਰਿਟ ਦੇ ਅਨੁਸਾਰ ਜਿਹੜੇ ਪਿੱਛੇ ਰਹਿ ਗਏ ਸੀ, ਕਿਸੇ ਵੇਲੇ ਇਹ ਮਹਿਸੂਸ ਹੁੰਦਾ ਸੀਗਾ ਲੋਕਾਂ ਨੂੰ ਕਿ ਅਸੀਂ ਬਹੁਤ ਪਿੱਛੇ ਰਹਿ ਗਏ, ਵਲੰਟੀਅਰ ਸਾਹਿਬਾਨ ਇਹ ਮਹਿਸੂਸ ਕਰਦੇ ਆ ਰਹੇ ਸੀਗੇ ਕਿ ਸਾਡੀ ਪੁੱਛ ਪ੍ਰਤੀਤ ਪਾਰਟੀ ਦੇ ਵਿੱਚ ਨਹੀਂ ਹੋ ਰਹੀ। ਉਸ ਵੇਲੇ ਤਾਂ ਕੈਪਟਨ ਸਾਹਿਬ ਵੀ ਉਹਨਾਂ ਨੂੰ ਕਦੇ ਮਿਲਦੇ ਨਹੀਂ ਸੀਗੇ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਕਿਸਮ ਦਾ ਬੜਾ ਰੋਸ ਵਲੰਟੀਅਰ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਸੀਗਾ ਦਿਖਾਈ ਦੇ ਰਿਹਾ ਸੀਗਾ। ਸੋ ਉਸ ਰੋਸ ਨੂੰ ਖਤਮ ਕਰਨ ਦੇ ਲਈ ਨਵੀਂ ਲਿਸਟ ਬਣਾਈ ਗਈ ਸੀਗੀ, ਉਸ ਨੂੰ ਧੋਣਾ ਚਾਹੁੰਦੇ ਸੀਗੇ ਨਵਜੋਤ ਸਿੰਘ ਸਿੱਧੂ। ਪਰ ਜੇਕਰ ਹਜੇ ਵੀ ਲੰਬੇ ਸਮੇਂ ਤੋਂ ਜਥੇਬੰਦਕ ਢਾਂਚਾ ਜਿਹੜਾ ਸਭ ਭੰਗ ਸੀਗਾ ਤੇ ਉਹ ਬਣਾਉਣ ਦੀ ਲਗਾਤਾਰ ਕੋਸ਼ਿਸ਼ ਸੀ, ਤਾਂ ਉਹ ਵੀ ਇਹੀ ਗੱਲ ਕਹਿ ਰਹੇ ਸੀ ਕਿ ਭਾਈ ਸਰਕਾਰ ਜਿਹੜੀ ਆ ਉਹ ਆਪਣਾ ਕੰਮ ਕਰੇ। ਮੈਂ ਤਾਂ ਲਗਾਤਾਰ ਜਿਹੜਾ
ਕੰਮ ਕਰ ਰਿਹਾ ਜਥੇਬੰਦਕ ਢਾਂਚੇ ਦੇ ਉੱਪਰ। ਕਹਿੰਦੇ ਮੈਂ ਤਾਂ ਲਿਸਟ ਵੀ ਬਣਾ ਕੇ ਦੇਤੀ ਆ, ਹਰੀਸ਼ ਚੌਧਰੀ ਹੋਰਾਂ ਨੂੰ ਸੌਂਪ ਦਿੱਤੀ ਹੈ, ਤੇ ਉਹ ਲਿਸਟ ਜਿਹੜੀ ਆ ਰੁਕ ਗਈ ਆ। ਆਪਣੇ ਦਰਸ਼ਕਾਂ ਨੂੰ ਦੱਸਦੇ ਨੇ, ਇਸੇ ਖਬਰ ਤੇ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਜਿਹੜੀ ਜਥੇਬੰਦਕ ਢਾਂਚੇ ਦੀ ਲਿਸਟ ਬਣਾਈ ਗਈ ਸੀ, ਉਹ ਕੁਝ ਕਹਿੰਦੇ ਮੰਤਰੀਆਂ ਤੇ ਐਮਐਲਏ ਨਾਰਾਜ਼ਗੀ ਦੇ ਕਾਰਨ ਹਾਈ ਕਮਾਂਡ ਦੇ ਵੱਲੋਂ ਹੋਲਡ ਕਰ ਦਿੱਤੀ ਗਈ। ਉਹਦੇ ਵਿੱਚ ਤਬਦੀਲੀਆਂ ਲਿਆਉਣ ਦੀ ਕੋਸ਼ਿਸ਼ ਹੈ। ਜਿਹੜੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਿਸਟ ਜਿਹੜੀ ਰੈਡੀ ਕੀਤੀ ਗਈ ਆ, ਉਸ ਲਿਸਟ ਦੇ ਵਿੱਚ ਤਬਦੀਲੀਆਂ ਲਿਆਉਣ ਦੀ ਕੋਸ਼ਿਸ਼ ਹੈ, ਉਹ ਲਿਸਟ ਹੋਲਡ ਕੀਤੀ ਗਈ ਹੈ। ਤੇ ਉਸੇ ਤੇ ਹੀ ਅਸੀਂ ਗੱਲ ਕਰ ਰਹੇ ਸੀ ਕਿ ਕਿਤੇ ਨਾਰਾਜ਼ਗੀ ਮੁੱਲ ਤੇ ਨਹੀਂ ਲੈ ਲਈ ਜਾਊਗੀ। ਉਸੇ ਡਾਕਟਰ ਸਾਹਿਬ ਨੇ ਬੜੇ ਵਧੀਆ ਵਿਸਤਾਰਪੂਰਵਕ ਤਰੀਕੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਵਾਕਈ ਹੀ ਕਾਂਗਰਸ ਹਾਈ ਕਮਾਨ ਇਸ ਤਰੀਕੇ ਦੇ ਨਾਲ ਸਿੱਧੂ ਜਿਹੜੀ ਹੈ ਉਹ ਨਾਰਾਜ਼ਗੀ ਜਿਹੜੀ ਹੈ ਮੁੱਲ ਉਹ ਲੈ ਸਕਦੀ ਹੈ। ਡਾਕਟਰ ਸਾਹਿਬ, ਕਿਤੇ ਅਸਤੀਫੇ ਤੱਕ ਗੱਲ ਤਾਂ ਨਹੀਂ ਪਹੁੰਚ ਜੂ? ਦੇਖੋ, ਹਜੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਜੇ ਅਸਤੀਫੇ ਤੱਕ ਨਵਜੋਤ ਸਿੰਘ ਸਿੱਧੂ ਐਡਾ ਵੱਡਾ ਸਟੈਪ ਲੈਣਗੇ। ਹਾਂ, ਜਦੋਂ ਅਗਲੇ ਵਾਰੀ ਜਦੋਂ ਇਹਨਾਂ ਦੇ ਵਿੱਚੋਂ ਟਿਕਟਾਂ ਦੀ ਵੰਡ ਹੋਏਗੀ, ਉਸ ਨੂੰ ਲੈ ਕੇ ਜਦੋਂ ਆਪਾਂ ਕਹਿ ਸਕਦੇ ਕਿ 117 ਟਿਕਟਾਂ ਜਦੋਂ ਵੰਡੀਆਂ ਜਾਣੀਆਂ ਨੇ ਵਿਧਾਨ ਸਭਾ ਚੋਣਾਂ ਦੀਆਂ, ਜਦੋਂ ਹੋਣੀਆਂ ਨੇ 22 ਦੇ ਵਿੱਚ, ਤਾਂ ਉਸ ਨੂੰ ਲੈ ਕੇ ਇਹ ਵੱਡਾ ਸਟੈਪ ਕਿਤੇ ਨਾ ਕਿਤੇ ਚੁੱਕਿਆ ਜਾ ਸਕਦਾ ਹੈ ਨਵਜੋਤ ਸਿੰਘ ਸਿੱਧੂ ਜੀ ਦੇ ਦੁਆਰਾ। ਉਹ ਤਾਂ ਚੁੱਕਿਆ ਜਾ ਸਕਦਾ ਹੈ ਜੇਕਰ ਉਹਨਾਂ ਦੀ ਸੁਣੀ ਨਹੀਂ ਜਾਏਗੀ, ਜੇਕਰ ਉਹਨਾਂ ਦੀ ਆਪਣੀ ਪਸੰਦ ਦੇ ਜਿਹੜੇ ਇਮਾਨਦਾਰ ਲੋਕ ਨੇ, ਉਹਨਾਂ ਦੇ ਵਰਗੇ ਲੋਕ ਨੇ ਜਿਹੜੇ ਮੁੱਦੇ ਚੁੱਕਣਾ ਚਾਹੁੰਦੇ ਨੇ, ਪੰਜਾਬ ਦੇ ਨਾਲ ਖੜਨਾ ਚਾਹੁੰਦੇ ਨੇ, ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੇ ਨੇ, ਜੇਕਰ ਉਹ ਲੋਕ ਨਹੀਂ ਚੁਣੇ ਜਾਣਗੇ, ਉਹ ਚਿਹਰੇ ਨਹੀਂ ਦਿੱਤੇ ਜਾਣਗੇ ਕਾਂਗਰਸ ਵੱਲੋਂ, ਤਾਂ ਲਾਜ਼ਮੀ ਤੌਰ ਤੇ ਵੱਡੀ ਦਿੱਕਤ ਆ ਸਕਦੀ ਹੈ ਔਰ ਉੱਥੇ ਜਾ ਕੇ ਅਸਤੀਫੇ ਦੀ ਨੌਬਤ ਵੀ ਆ ਸਕਦੀ ਹੈ। ਇਹ ਆਪਾਂ ਨੂੰ ਪਹਿਲਾਂ ਹੀ ਮੈਂਟਲੀ ਪ੍ਰਪੇਅਰ ਰਹਿਣਾ ਚਾਹੀਦਾ ਹੈ, ਮਾਨਸਿਕ ਤੌਰ ਤੇ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਕਿਸੇ ਵੇਲੇ ਵੀ ਉਸ ਵੇਲੇ ਨਵਜੋਤ ਸਿੰਘ ਸਿੱਧੂ ਵੱਡਾ ਫੈਸਲਾ ਲੈ ਸਕਦੇ ਨੇ। ਸੋ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਹੈ ਕਿ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ, ਨਾ ਮੈਂ ਪਦਵੀਆਂ ਦੀ ਪਰਵਾਹ ਕਰਦਾ, ਨਾ ਮੈਂ ਕੈਬਨਿਟ ਮੰਤਰੀਸ਼ਿਪ ਦੀ ਪਰਵਾਹ ਕਰਦਾ, ਨਾ ਉਹਨਾਂ ਨੇ ਰਾਜ ਸਭਾ ਦੀ ਪਰਵਾਹ ਕੀਤੀ, ਨਾ ਉਹਨਾਂ ਨੇ ਕਿਸੇ ਹੋਰ ਵੱਡੀ ਕੁਰਸੀ ਦੀ ਪਰਵਾਹ ਕੀਤੀ। ਸੋ ਕਹਿਣ ਦਾ ਮਤਲਬ ਹੈ ਕਿ ਪੰਜਾਬ ਦਾ ਮਾਡਲ ਜੇਕਰ ਲਾਗੂ ਕਰਨਾ ਹੈ, ਜੇਕਰ ਪੰਜਾਬ ਨੂੰ ਐਡੇ ਵੱਡੇ ਸੰਕਟ ਚੋਂ ਕੱਢਣਾ ਹੈ, ਤਾਂ ਇਮਾਨਦਾਰ ਲੋਕਾਂ ਦੀ ਹੀ ਟੀਮ ਉਹਨਾਂ ਨੂੰ ਚਾਹੀਦੀ ਹੈ ਔਰ ਇਮਾਨਦਾਰ ਲੋਕ ਤਾਂ ਹੀ ਆਉਣਗੇ ਜੇਕਰ ਉਹ ਇਸ ਇਮਾਨਦਾਰ ਲਿਸਟ ਦੇ ਵਿੱਚੋਂ ਜਿਹੜੀਆਂ ਉਹ ਲਿਸਟਾਂ ਦੇਣਗੇ ਅਗਲੇ ਦਿਨਾਂ ਦੇ ਵਿੱਚ ਐਮਐਲਏ ਸਾਹਿਬਾਨ ਦੀਆਂ ਵਿਧਾਇਕ ਦੇ ਤੌਰ ਤੇ, ਤਾਂ ਲਾਜ਼ਮੀ ਤੌਰ ਤੇ ਜੇਕਰ ਉਹਨਾਂ ਦੇ ਵਿੱਚੋਂ ਨਹੀਂ ਚੁਣਿਆ ਜਾਏਗਾ, ਕੋਈ ਹਾਈ ਕਮਾਂਡ ਉਹਦੇ ਉੱਤੇ ਵੱਡਾ ਜਿਹੜਾ ਹੈਗਾ ਸਟੈਪ ਲੈਂਦੀ ਹੈ, ਤਾਂ ਵੱਡੀ ਦਿੱਕਤ ਜਿਵੇਂ ਤੁਸੀਂ ਦੱਸ ਰਹੇ ਹੋ ਅਸਤੀਫੇ ਤੱਕ ਦੀ ਵੀ ਆ ਸਕਦੀ ਹੈ। ਸੋ ਇਸ ਕਰਕੇ ਇਹ ਆਪਾਂ ਨੂੰ ਸਮਝਣਾ ਪਏਗਾ ਕਿ ਇਸ ਚੀਜ਼ ਨੂੰ ਜਿਹੜੀ ਜਿਸ ਵੱਲ ਇਸ਼ਾਰਾ ਨਵਜੋਤ ਸਿੰਘ ਕਰਦੇ ਨਜ਼ਰ ਆ ਰਹੇ ਨੇ ਇਸ ਲਿਸਟ ਤੋਂ, ਇਹ ਤਾਂ ਹਜੇ ਛੋਟੀ ਲਿਸਟ ਹੈ, ਪਰ ਅਗਲੀ ਲਿਸਟ ਜਿਹੜੀ ਆਉਣੀ ਆ ਉਹ ਚੋਣਾਂ ਨੂੰ ਲੈ ਕੇ ਆਉਣੀ ਹੈ ਔਰ ਵਿਧਾਇਕਾਂ ਨੂੰ ਲੈ ਕੇ ਆਉਣੀ ਹੈ, ਐਮਐਲਏ ਦੇ ਚਿਹਰਿਆਂ ਨੂੰ ਲੈ ਕੇ ਆਉਣੀ ਹੈ। ਉੱਥੇ ਜਾ ਕੇ ਜਿਹੜੀ ਹੈਗੀ ਹੈ ਵੱਡਾ ਸੰਕਟ, ਵੱਡੀ ਸਮੱਸਿਆ ਕਾਂਗਰਸ ਦੇ ਲਈ ਆ ਸਕਦੀ ਹੈ। ਸੁਖਵਿੰਦਰ ਜੀ, ਡਾਕਟਰ ਸਾਹਿਬ, ਉੱਥੇ ਹੀ ਗੱਲਬਾਤ ਕਰੀਏ। ਟਵੀਟ ਜਿਹੜਾ ਸੁਨੀਲ ਜਾਖੜ ਦੇ ਵੱਲੋਂ ਕੀਤਾ ਗਿਆ, ਕਿ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਸਾਡੇ ਦਰਸ਼ਕਾਂ ਨੂੰ ਟਵੀਟ ਵੀ ਸੁਨੀਲ ਜਾਖੜ ਦਾ ਜਿਹੜਾ ਦਿਖਾਇਆ ਜਾਵੇ। ਡਾਕਟਰ ਸਾਹਿਬ, ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਦੇ ਵੱਲੋਂ ਜਿਹੜਾ ਤੰਜ ਕੱਸਿਆ ਗਿਆ, ਕਿਵੇਂ ਦੇਖਦੇ ਹੋ ਉਸ ਟਵੀਟ? ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਟਵੀਟੋ ਟਵੀਟ ਦੀ ਲੜਾਈ ਨਹੀਂ ਕਰਨੀ ਚਾਹੀਦੀ, ਕਿਉਂਕਿ ਬਹੁਤ ਥੋੜਾ ਸਮਾਂ ਰਹਿ ਗਿਆ। ਕੋਈ ਵੀ ਚਾਹੇ ਨੇਤਾ ਹੈ, ਚਾਹੇ ਕੋਈ, ਦੱਸ ਦਈਏ ਕਿ ਕਹਿੰਦੇ ਕੀ ਨੇ ਟਵੀਟ ਦੇ ਵਿੱਚ। ਜੀ, ਮੈਂ ਉੱਥੇ ਹੀ ਆ ਰਿਹਾ। ਪਹਿਲੀ ਗੱਲ ਤਾਂ ਕਿ ਸੁਨੀਲ ਜਾਖੜ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਜਦੋਂ ਟਵੀਟੋ ਟਵੀਟੀ ਹੋ ਰਹੇ ਨੇ ਔਰ ਜਿਹੜੇ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ ਇਸ ਵੇਲੇ, ਕਿਉਂਕਿ ਸਮਾਂ ਬਹੁਤ ਘੱਟ ਰਹਿੰਦਾ ਹੈ, ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਡੀਆਂ ਨੇ, ਸਮਾਂ ਘੱਟ ਹੈ। ਸੁਨੀਲ ਜਾਖੜ ਸਾਹਿਬ ਨੂੰ ਪਹਿਲੀ ਗੱਲ ਤਾਂ ਹੈ ਕਿ ਆਪਣੀ ਸਰਕਾਰ ਦੇ ਨਾਲ ਮਿਲ ਕੇ, ਕਿਉਂਕਿ ਉਹਨਾਂ ਦੀ ਸਰਕਾਰ ਹੈ, ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਚੰਨੀ ਸਾਹਿਬ ਕਿਉਂ ਬਣ ਗਏ, ਤਾਂ ਇਹਦਾ ਮਤਲਬ ਹੈ ਕਿ ਉਹ ਇਸ ਅਨੁਸ਼ਾਸਨ ਨੂੰ ਜਾਂ ਇੱਕ ਪਾਰਟੀ ਦਾ ਜੋ ਡਿਸਪਲਿਨ ਹੁੰਦਾ ਹੈ ਔਰ ਉਹਨੂੰ ਉਹ ਭੰਗ ਕਰਨਾ ਚਾਹੁੰਦੇ ਨੇ ਔਰ ਉਹਦੀ ਬਜਾਏ ਉਹ ਆਪਣਾ ਰੋਸਾ ਗਿਲਾ ਜਿਹੜਾ ਹੈਗਾ ਹਜੇ ਵੀ ਦਿਖਾ ਰਹੇ ਨੇ, ਜਦੋਂ ਕਿ ਹੁਣ ਸਮਾਂ ਬਹੁਤ ਥੋੜਾ ਹੈ। ਪਾਰਟੀ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ, ਪਾਰਟੀ ਨੇ ਉਹਨਾਂ ਨੂੰ ਲਗਾਤਾਰ ਪ੍ਰਧਾਨ ਬਣਾ ਕੇ ਰੱਖਿਆ ਔਰ ਲੋਕਾਂ ਨੂੰ ਉਮੀਦ ਸੀਗੀ ਕਿ ਉਹ ਪਾਰਟੀ ਦੇ ਲਈ ਜਾਂ ਪੰਜਾਬ ਦੇ ਲਈ ਕੁਝ ਕਰਨਗੇ, ਪਰ ਹੋ ਕੀ ਰਿਹਾ ਹੈ, ਹੋ ਇਸ ਕਰਕੇ ਇਹ ਗਲਤ ਹੋ ਰਿਹਾ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਟਵੀਟ ਆਏ ਨੇ ਉਹ ਨਿੱਜੀ ਮਸਲਿਆਂ ਨੂੰ ਲੈ ਕੇ ਨੇ, ਨਿੱਜੀ ਕਿਹੜਾ ਕੱਢਣੀਆਂ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਉਹ, ਜਦੋਂ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੇਰਾ ਕੋਈ ਨਿੱਜੀ ਕਿਸੇ ਨਾਲ ਕੋਈ ਮਸਲਾ ਨਹੀਂ ਹੈ, ਮੇਰਾ ਕੋਈ ਨਿੱਜੀ ਵਿਰੋਧਤਾ ਨਹੀਂ ਹੈ। ਇੱਥੋਂ ਤੱਕ ਵੀ ਕਿਹਾ ਕਿ ਉਹਨਾਂ ਨੇ ਕੈਪਟਨ ਸਾਹਿਬ ਨਾਲ ਵੀ ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀਗੀ, ਉਹ ਸਿਰਫ ਵਿਚਾਰਾਂ ਦੀ ਲੜਾਈ ਲੜਨਾ ਚਾਹੁੰਦੇ ਸੀਗੇ,
ਮੁੱਦਿਆਂ ਦੀ ਲੜਾਈ ਲੜਨਾ ਚਾਹੁੰਦੇ ਸੀਗੇ। ਇਸੇ ਤਰ੍ਹਾਂ ਸੁਨੀਲ ਜਾਖੜ ਜੀ ਬਾਰੇ ਵੀ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਹੈਗੀ ਹੈ ਵਿਚਾਰਾਂ ਦੀ ਲੜਾਈ ਹੈ, ਮੁੱਦਿਆਂ ਦੀ ਲੜਾਈ ਹੈ, ਪੰਜਾਬ ਨੂੰ ਬਚਾਉਣ ਦੀ ਲੜਾਈ ਹੈ। ਔਰ ਦੂਜੇ ਪਾਸੇ ਜਾਖੜ ਸਾਹਿਬ ਜਦੋਂ ਕਹਿੰਦੇ ਨੇ ਕਿ ਜਿਹੜੀ ਹੈਗੀ ਹੈ ਉਹ ਮੰਕੀ ਤੱਕ ਉਹਨਾਂ ਨੂੰ ਕਹਿ ਦਿੱਤਾ ਗਿਆ, ਔਰ ਇਹ ਸਾਰੀ ਸਰਕਸ ਦਾ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਇਹ ਸਰਕਸ ਦੇ ਵਿੱਚ ਬਾਂਦਰ ਜਿਹੜਾ ਹੈਗਾ ਆਪਣੀਆਂ ਛਾਲਾਂ ਮਾਰ ਰਿਹਾ ਹੈ, ਔਰ ਮੈਂ ਬਾਹਰ ਰਹਿ ਕੇ ਕੁਝ ਵੀ ਨਹੀਂ ਕਰਾਂਗਾ, ਔਰ ਇਹ ਤੁਹਾਡਾ ਹੀ ਹੈ। ਔਰ ਵੱਡੀ ਉਹਨਾਂ ਨੇ ਜਿਹੜੀ ਹਾਈ ਕਮਾਂਡ ਨੂੰ ਇਹ ਗੱਲ ਕਹੀ ਹੈ, ਔਰ ਹਾਈ ਕਮਾਂਡ ਵੱਲ ਇਸ਼ਾਰਾ ਕਰਦੇ ਆ, ਔਰ ਉਹਨਾਂ ਨੇ ਕਿਹਾ ਕਿ ਮੈਂ ਇਸ ਸਾਰੇ ਤਮਾਸ਼ੇ ਤੋਂ ਨਿਰਲੇਪ ਹਾਂ, ਮੈਂ ਕੁਝ ਨਹੀਂ ਕਵਾਂਗਾ। ਸੋ ਇਸ ਕਰਕੇ ਇੱਕ ਵੱਡਾ ਤੰਜ਼ ਕਸਿਆ ਹੈ ਹਾਈ ਕਮਾਂਡ ਦੇ ਉੱਤੇ ਔਰ ਨਵਜੋਤ ਸਿੰਘ ਸਿੱਧੂ ਦੇ ਉੱਤੇ। ਔਰ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਟਵਿੱਟੋ ਟਵਿੱਟੀ ਹੋਣ ਦੇ ਨਾਲੋਂ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ, ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਜਾਖੜ ਸਾਹਿਬ ਨੂੰ, ਕਿਉਂਕਿ ਜਾਖੜ ਸਾਹਿਬ ਇੱਕ ਚੰਗੇ ਹੰਢੇ ਹੋਏ ਨੇਤਾ ਦੇ ਤੌਰ ਤੇ ਜਾਣੇ ਜਾਂਦੇ ਨੇ, ਇਮਾਨਦਾਰ ਨੇਤਾ ਦੇ ਤੌਰ ਤੇ ਜਾਣੇ ਜਾਂਦੇ ਨੇ। ਜੇਕਰ ਉਹ ਆਪਣੀ ਇਮਾਨਦਾਰੀ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ ਔਰ ਆਪਣੇ ਜਿਹੜਾ ਐਕਸਪੀਰੀਅੰਸ ਹੈ, ਉਹਨਾਂ ਦਾ ਤਜਰਬਾ ਹੈ ਪਿਛਲੇ ਲੰਬੇ ਸਾਲ ਦਾ, ਉਸ ਨੂੰ ਜੇ ਉਹ ਅੱਗੇ ਲਿਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੀਦਾ, ਸਰਕਾਰ ਦੇ ਨਾਲ ਖੜਨਾ ਚਾਹੀਦਾ, ਚੰਨੀ ਸਾਹਿਬ ਦੇ ਨਾਲ ਖੜਨਾ ਚਾਹੀਦਾ ਹੈ, ਕਿਉਂਕਿ ਜਿਹੜਾ ਵੀ ਡਿਸੀਜਨ ਹੁੰਦਾ ਹੈ ਉਹ ਪਾਰਟੀ ਦਾ ਹੁੰਦਾ ਹੈ, ਚਾਹੇ ਉਹ ਮਾੜਾ ਡਿਸੀਜਨ ਹੈ, ਚਾਹੇ ਚੰਗਾ ਡਿਸੀਜਨ ਹੈ, ਚਾਹੇ ਚੰਨੀ ਸਾਹਿਬ ਉਹਨਾਂ ਨੂੰ ਚੰਗੇ ਲੱਗਣ ਜਾਂ ਨਾ ਲੱਗਣ, ਪਰ ਇੱਕ ਹਾਈ ਕਮਾਂਡ ਦਾ ਫੈਸਲਾ ਹੈ, ਕਾਂਗਰਸ ਪਾਰਟੀ ਦਾ ਫੈਸਲਾ ਹੈ। ਸੋ ਇਸ ਕਰਕੇ ਪਾਰਟੀ ਦੇ ਫੈਸਲੇ ਨਾਲ ਖੜਨਾ ਚਾਹੀਦਾ ਹੈ, ਨਾ ਕਿ ਜਿਹੜੀਆਂ ਨਿੱਜੀ ਕਿੜਾਂ ਨੇ, ਨਿੱਜੀ ਜਿਹੜੀਆਂ ਛੋਟੀਆਂ ਮੋਟੀਆਂ ਗਿਲੇ ਸ਼ਿਕਵੇ ਨੇ, ਉਹਨਾਂ ਨੂੰ ਲੈ ਕੇ ਇਦਾਂ ਦੇ ਟਵੀਟ ਜਿਹੜੇ ਨੇ ਉਹਨਾਂ ਨੂੰ ਸ਼ੋਭਦੇ ਨਹੀਂ ਹੈਗੇ। ਬਿਲਕੁਲ ਸਾਨੂੰ ਜਿਹੜਾ ਹੈਗਾ ਵੱਡੇ ਦਿਲ ਦਿਖਾਉਣਾ ਚਾਹੀਦਾ ਹੈ ਇਸ ਵੇਲੇ ਜਾਖੜ ਸਾਹਿਬ ਨੂੰ। ਸੁਖਵਿੰਦਰ ਜੀ, ਬਿਲਕੁਲ ਅਗਲੀ ਖਬਰ ਵਾਲੇ ਪਾਸੇ ਆਪਾਂ ਵਧੀਏ। ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਵੀ ਜਲਦ ਜੇਪੀ ਨੱਡਾ ਦੇ ਨਾਲ ਮੁਲਾਕਾਤ ਕਰ ਸਕਦੇ ਆ ਤੇ ਜਿਹੜੀ ਗੱਠਜੋੜ ਦੀ ਸੰਭਾਵਨਾ ਚੱਲ ਰਹੀ ਸੀ, ਕਹਿੰਦੇ ਕਿ ਉਹਨੂੰ ਵੀ ਅਮਲੀ ਜਾਮਾ ਪਹਿਨਾਇਆ ਜਾ ਸਕਦਾ। ਕਿਵੇਂ ਦੇਖਦੇ ਨੇ ਡਾਕਟਰ ਸਾਹਿਬ? ਜੀ ਦੇਖੋ, ਪਿਛਲੇ ਲੰਮੇ ਸਮੇਂ ਤੋਂ ਜਦੋਂ ਕੈਪਟਨ ਸਾਹਿਬ ਸੱਤਾ ਦੇ ਵਿੱਚ ਵੀ ਸੀ, ਉਦੋਂ ਵੀ ਆਪਾਂ ਇਹ ਗੱਲਾਂ ਕਰਦੇ ਸੀਗੇ ਕਿ ਕੈਪਟਨ ਸਾਹਿਬ ਦਾ ਕਿਤੇ ਨਾ ਕਿਤੇ ਜਿਹੜਾ ਉਹ ਡੱਕਾ ਬੀਜੇਪੀ ਵੱਲ ਹੀ ਸੁੱਟਦੇ ਦਿਖਾਈ ਦਿੰਦੇ ਸੀਗੇ, ਔਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਭਾਵਨਾ ਹੁੰਦੀ ਸੀ, ਚਾਹੇ ਉਹ BSF ਦੇ ਮੁੱਦੇ ਨੂੰ ਲੈ ਕੇ ਉਹਨਾਂ ਦੇ ਬਿਆਨ ਆਏ ਹੋਣ ਜਾਂ ਹੋਰ ਜਿਹੜੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜਿਹੜੇ ਉਹ ਕਹਿ ਗਏ ਸੀ ਨਾ, ਸ਼ਰੇਆਮ ਹੀ ਉਹ ਤਾਂ ਸਾਰੀਆਂ ਗੱਲਾਂ ਕਹਿ ਰਹੇ ਸੀ, ਜਿਹਦੇ ਕਰਕੇ ਸਾਫ਼ ਹੀ ਹੋ ਗਿਆ ਕਿ ਉਹ ਬੀਜੇਪੀ ਦੇ ਨਾਲ ਹੀ। ਸੋ ਕਹਿਣ ਤੋਂ ਭਾਵ ਹੈ ਕਿ ਜਦੋਂ ਉਹਨਾਂ ਦਾ ਅਸਤੀਫਾ ਲੈ ਲਿਆ ਗਿਆ, ਉਸ ਤੋਂ ਬਾਅਦ ਤਾਂ ਉਹ ਸਿੱਧੇ ਤੌਰ ਤੇ ਹੀ ਮੋਦੀ ਸਾਹਿਬ ਨਾਲ ਖੜੇ ਜਾਂ ਬੀਜੇਪੀ ਨਾਲ ਖੜਦੇ ਨਜ਼ਰ ਆਏ ਸੀਗੇ। ਸੋ ਉਸੇ ਕੜੀ ਦੇ ਵਿੱਚੋਂ ਜਦੋਂ ਅਸੀਂ ਇਸ ਕੱਲ ਵਾਲੀ ਮੁਲਾਕਾਤ ਨੂੰ ਵੇਖਦੇ ਹਾਂ, ਪਹਿਲਾਂ ਉਹਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਔਰ ਹੁਣ ਕੀ ਹੋ ਰਿਹਾ, ਹੁਣ ਉਹ ਕਹਿੰਦੇ ਨੇ ਕਿ ਮੈਂ ਨੱਡਾ ਸਾਹਿਬ ਦੇ ਨਾਲ ਜਲਦੀ ਮੁਲਾਕਾਤ ਕਰਨਾਗਾ, ਅਗਲੇ ਇੱਕ ਦੇ ਦਿਨ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਣੀ ਹੈ। ਔਰ ਇੱਥੋਂ ਸਪਸ਼ਟ ਇਹੀ ਹੁੰਦਾ ਹੈ ਕਿ ਕੈਪਟਨ ਸਾਹਿਬ ਇੱਕ ਜਿਹੜਾ ਹੈਗਾ ਵੱਖਰਾ ਧੜਾ ਬਣਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਨਾਲ ਲੈ ਕੇ, ਪਰ ਇਹਦਾ ਨਤੀਜਾ ਕੀ ਨਿਕਲੇਗਾ ਜਦੋਂ ਅਸੀਂ ਇਸ ਨਤੀਜੇ ਦੇ ਉੱਤੇ ਇਹਦਾ ਜਿਹੜਾ ਰਿਜ਼ਲਟ ਵੇਖਣ ਦੀ ਕੋਸ਼ਿਸ਼ ਕਰਾਂਗੇ, ਤਾਂ ਮੈਨੂੰ ਨਹੀਂ ਲੱਗਦਾ ਕਿ 117 ਬੰਦੇ ਵੀ ਉਹਨਾਂ ਕੋਲੇ ਜੁੜਨਗੇ ਔਰ ਉਹ ਜਿੱਤ ਪਾਉਣਗੇ। ਸੋ ਇਦਾਂ ਦੀਆਂ ਜਿੱਤਣ ਦੀਆਂ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ, ਪਰ ਹਾਂ ਕਿਉਂਕਿ ਡੈਮੋਕ੍ਰੇਸੀ ਹੈ, ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਜ਼ਖਮ ਦਿਖਾਈ ਦੇ ਰਿਹਾ ਹੈ ਔਰ ਦਰਦ ਦਿਖਾਈ ਦੇ ਰਿਹਾ ਹੈ, ਔਰ ਉਹ ਦਰਦ ਹੀ ਇਹ ਸਾਰੀਆਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਿਛਲੇ ਦਿਨਾਂ ਦੇ ਵਿੱਚ ਪ੍ਰਨੀਤ ਕੌਰ ਜੀ ਵੀ ਇਹੀ ਕਹਿੰਦੇ ਨਜ਼ਰ ਆਏ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਹਾਂ, ਔਰ ਉਹਨਾਂ ਦਾ ਆਪਣਾ ਪਰਿਵਾਰ ਵੀ ਨਾਲ ਜਾ ਸਕਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਟਕਸਾਲੀਆਂ ਨੂੰ, ਉਹ ਟਕਸਾਲੀ ਅਕਾਲੀ ਜਿਹੜੇ ਨੇ, ਉਹਨਾਂ ਨੂੰ ਵੀ ਨਾਲ ਲੈ ਸਕਦੇ ਨੇ। ਸੋ ਅਗਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਪਿੱਛੇ ਗੱਲ ਕਰਕੇ ਆਏ ਹਾਂ ਕਿ ਜਿਹੜੇ ਲੋਕਾਂ ਨੂੰ ਕਾਂਗਰਸ ਦੇ ਵਿੱਚ ਟਿਕਟਾਂ ਨਹੀਂ ਮਿਲਣੀਆਂ, ਉਹ ਵੀ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਲੋਕ ਉਹਨਾਂ ਨੂੰ ਜਿਹੜਾ ਹੈਗਾ ਸੱਤਾ ਸੌਂਪ ਦੇਣਗੇ ਜਾਂ ਵੋਟਾਂ ਪਾ ਦੇਣਗੇ। ਇਦਾਂ ਦੀਆਂ ਕੋਈ ਪੰਜਾਬ ਦੇ ਵਿੱਚ ਫਿਲਹਾਲ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਉਹਦਾ ਕਾਰਨ ਇੱਕ ਬਹੁਤ ਵੱਡਾ ਇਹ ਹੈ ਕਿ ਕਿਸਾਨੀ ਸੰਘਰਸ਼ ਤੋਂ ਬਾਅਦ ਪੰਜਾਬ ਬਹੁਤ ਬੁਨਿਆਦੀ ਤੌਰ ਤੇ ਬਦਲਿਆ ਹੈ। ਪੰਜਾਬ ਦੇ ਲੋਕ ਵੱਡੇ ਸਵਾਲ ਪਹਿਲਾਂ ਬੀਜੇਪੀ ਵਾਲਿਆਂ ਨੂੰ ਪੁੱਛਦੇ ਰਹੇ ਹੈ, ਔਰ ਕਾਂਗਰਸ ਵਾਲਿਆਂ ਨੂੰ ਪੁੱਛਦੇ ਰਹੇ ਆ, ਅਕਾਲੀ ਦਲ ਨੂੰ ਪੁੱਛਦੇ ਰਹੇ ਆ, ਜਾਂ ਹੋਰ ਪਾਰਟੀਆਂ ਨੂੰ ਪੁੱਛਦੇ ਰਹੇ ਆ। ਇਹੀ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ ਨੂੰ ਪੁੱਛੇ ਜਾਣੇ ਨੇ। ਸੋ ਜਦੋਂ ਕੰਪੇਨ ਕਰਨ ਦੇ ਲਈ ਕੈਪਟਨ ਸਾਹਿਬ ਪਿੰਡਾਂ 'ਚ ਜਾਣਗੇ, ਸ਼ਹਿਰਾਂ 'ਚ ਜਾਣਗੇ, ਕਸਬਿਆਂ 'ਚ ਜਾਣਗੇ, ਤਾਂ ਲਾਜ਼ਮੀ ਤੌਰ ਤੇ ਵੱਡੇ ਸਵਾਲ ਜਿਹੜੇ ਨੇ 4.5 ਸਾਲ ਦਾ ਜੋ ਕਾਰਜਕਾਲ ਇਹਨਾਂ ਦਾ ਰਿਹਾ ਹੈ,
ਉਹਦੇ ਉੱਤੇ ਬਹੁਤ ਵੱਡੇ ਸਵਾਲ ਚੁੱਕਣੇ ਲਾਜ਼ਮੀ ਨੇ। ਸੋ ਪੰਜਾਬ ਦੇ ਲੋਕ ਇਹ ਨਹੀਂ ਕਿ ਇਹ ਪਹਿਲਾਂ ਵਾਂਗ ਭੁੱਲ ਜਾਣਗੇ, ਚਲੋ ਕੋਈ ਨਹੀਂ ਤੁਸੀਂ 4.5 ਸਾਲ ਕੁਝ ਨਹੀਂ ਕੀਤਾ, ਅਸੀਂ ਤੁਹਾਨੂੰ ਫੇਰ ਮੁੱਖ ਮੰਤਰੀ ਦਾ ਚਿਹਰਾ ਬਣਾ ਦਾਂਗੇ ਜਾਂ ਤੁਹਾਨੂੰ ਅਸੀਂ ਵੋਟਾਂ ਪਾ ਦਾਂਗੇ। ਇਦਾਂ ਦੀਆਂ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਹਾਂ, ਹੋ ਸਕਦਾ ਹੈ ਕਿ ਜ਼ਮਾਨਤਾਂ ਜ਼ਬਤ ਜ਼ਰੂਰ ਵੱਖ-ਵੱਖ ਵਿਧਾਨ ਸਭਾਵਾਂ ਚੋਂ ਹੋ ਸਕਦੀਆਂ ਨੇ, ਇਦਾਂ ਦੀਆਂ ਜ਼ਿਆਦਾ ਸੰਭਾਵਨਾਵਾਂ ਨੇ, ਜਿੱਤਣ ਦੀਆਂ ਸੰਭਾਵਨਾਵਾਂ ਨਹੀਂ ਨਜ਼ਰ ਆ ਰਹੀਆਂ ਸੁਖਵਿੰਦਰ ਜੀ। ਤਾਂ ਅਗਲੀ ਖਬਰ ਵਾਲੇ ਪਾਸੇ ਡਾਕਟਰ ਸਾਹਿਬ ਆਪਾਂ ਵਧੀਏ ਤੇ ਕਿਸਾਨਾਂ ਨੂੰ ਜਿਹੜਾ ਕੇਂਦਰ ਦੇ ਵੱਲੋਂ ਸੱਦਾ ਆ ਗਿਆ MSP ਤੇ ਜਿਹੜੀ ਕਮੇਟੀ ਬਣਾਉਣ ਦੇ ਲਈ ਨਾਮ ਮੰਗੇ ਗਏ ਨੇ ਜਿਹੜੀ ਕੇਂਦਰ ਦੇ ਵੱਲੋਂ, ਤਾਂ ਕਿਸਾਨ ਦੂਜੇ ਪਾਸੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਨੇ। ਕਹਿੰਦੇ ਸਾਡੇ ਕੋਲੇ ਕੋਈ ਲਿਖਤੀ ਪੱਤਰ ਤਾਂ ਕੋਈ ਆਇਆ ਹੀ ਨਹੀਂ, ਜਿਹਦੇ ਵਿੱਚ ਲਿਖਤੀ ਪੱਤਰ ਦੇ ਵਿੱਚ ਸਾਡੇ ਕੋਲੋਂ ਕੇਂਦਰ ਨੇ 5 ਜਿਹੜੇ ਬੰਦਿਆਂ ਦੇ ਨਾਮ ਮੰਗੇ ਹੋਣ, ਸਾਡੇ 5 ਲੀਡਰਾਂ ਦੇ ਨਾਮ ਮੰਗੇ ਹੋਣ। ਕਹਿੰਦੇ ਕਿ ਸਿਰਫ ਡਾਕਟਰ ਦਰਸ਼ਨਪਾਲ ਨੂੰ ਜਿਹੜੇ ਇੱਕ ਜ਼ਰੂਰ ਫੋਨ ਆਇਆ ਕਿ ਭਾਈ 5 ਬੰਦਿਆਂ ਦੇ ਨਾਮ ਦਿਓ। ਕਹਿੰਦੇ ਇੱਦਾਂ ਥੋੜੀ ਅਸੀਂ ਬੰਦਿਆਂ ਦੇ ਨਾਮ ਦੇ ਦਿਆਂਗੇ, ਸਾਨੂੰ ਕੋਈ ਚਿੱਠੀ ਪੱਤਰ ਆਵੇ ਫੇਰ ਹੀ ਅਸੀਂ ਜਿਹੜੇ ਉਹ ਨਾਮ ਦੇਵਾਂਗੇ। ਜਾਣੀ ਕਿ ਨਾਰਾਜ਼ਗੀ ਸਾਫ਼ ਤੌਰ ਤੇ ਹਾਲੇ ਵੀ ਜਿਹੜੀ ਹੈਗੀ ਹੈ ਕਿਸਾਨਾਂ ਦੇ ਅੰਦਰ। ਤੇ ਦੂਜੇ ਪਾਸੇ ਖਬਰਾਂ ਡਾਕਟਰ ਸਾਹਿਬ ਇਹ ਵੀ ਨੇ ਕਿ ਕਿਸਾਨਾਂ ਨੇ ਜਿਹੜੇ ਆਪਣੇ ਨਾਮ ਵੀ ਦੇਣੇ ਆ, ਕਿਸਾਨਾਂ ਦੀ ਆਪਸੀ ਸਹਿਮਤੀ ਵੀ ਨਹੀਂ ਬਣ ਪਾ ਰਹੀ ਕਿ ਕਿਹੜੇ ਨਾਮ ਦੇਣੇ ਆ। ਤੇ ਦੂਜੀ ਗੱਲ ਇਹ ਵੀ ਹੈ ਕਿ ਰਾਜੇਵਾਲ, ਗੁਰਨਾਮ ਚੜੂਨੀ, ਹੋਰ ਵਗੈਰਾ ਵਰਗੇ ਜਿਹੜੇ ਲੀਡਰ ਨੇ ਉਹਨਾਂ ਦੇ ਨਾਮ ਦੇਣ ਦੀ ਗੱਲ ਚੱਲੀ ਸੀ, ਤੇ ਕਹਿੰਦੇ ਆਪਣੇ ਹੀ ਕਿਸਾਨ ਲੀਡਰ ਜਿਹੜੇ ਆ ਉਹੀ ਇਹਨਾਂ ਨਾਮਾਂ ਦਾ ਜਿਹੜਾ ਵਿਰੋਧ ਕਰ ਰਹੇ ਨੇ। ਸੁਖਵਿੰਦਰ ਜੀ, ਜਿਵੇਂ ਬੀਜੇਪੀ ਸਰਕਾਰ ਜਾਂ ਮੋਦੀ ਸਰਕਾਰ ਚੱਲ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਬਹੁਤ ਵੱਡੀਆਂ ਉਹ ਗਲਤੀਆਂ ਕਰ ਰਹੀ ਹੈ, ਔਰ ਉਹਨੂੰ ਲੱਗਦਾ ਹੈ ਕਿ ਸ਼ਾਇਦ ਜੇ ਅਸੀਂ ਮੀਟਿੰਗਾਂ ਕਰਾਂਗੇ ਕਿਸਾਨਾਂ ਦੇ ਨਾਲ, ਜਥੇਬੰਦੀਆਂ ਦੇ ਨਾਲ, ਤਾਂ ਕਿਸਾਨਾਂ ਦਾ ਉਭਾਰ ਹੋ ਸਕਦਾ ਹੈ, ਕਿਸਾਨ ਲਾਈਮਲਾਈਟ ਦੇ ਵਿੱਚ ਆ ਜਾਣਗੇ। ਔਰ ਇਹੀ ਕਾਰਨ ਹੈ ਕਿ ਮੋਦੀ ਸਾਹਿਬ ਨੇ ਟ੍ਰਿਕ ਕੀ ਖੇਡਿਆ ਸੀਗਾ ਕਿ ਆਪਣੇ ਆਪ ਟੀਵੀ ਦੇ ਉੱਤੇ ਜਾ ਕੇ ਅਨਾਉਂਸਮੈਂਟ ਕਰਤੀ ਸੀਗੀ, ਔਰ ਉਹਨਾਂ ਨੂੰ ਲੱਗਦਾ ਸੀਗਾ ਕਿ ਜੇ ਮੈਂ ਮੀਟਿੰਗਾਂ ਕਰੂੰਗਾ ਤਾਂ ਕੀ ਹੋਏਗਾ ਕਿ ਕਿਸਾਨ ਜਥੇਬੰਦੀਆਂ ਦਾ ਤਾਂ ਉਭਾਰ ਦੁਬਾਰਾ ਫੇਰ ਆ ਜਾਏਗਾ। ਸੋ ਉਹਦੇ ਕਰਕੇ ਬਾਰ-ਬਾਰ ਬੀਜੇਪੀ ਇਹ ਗਲਤੀ ਕਰ ਰਹੀ ਹੈ ਕਿ ਜਦੋਂ ਵੀ ਕੋਈ ਕਿਸਾਨਾਂ ਨਾਲ ਡਾਇਲੌਗ ਕਰਨਾ ਹੁੰਦਾ ਹੈ, ਉਹਦੀ ਬਜਾਏ ਉਹ ਮੀਡੀਆ ਦੇ ਰਾਹੀਂ ਆਪਣੀ ਗੱਲਬਾਤ ਕਰਦੇ ਆ। ਸੋ ਮੀਡੀਆ ਦੇ ਰਾਹੀਂ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਕਿ ਜਿਹੜੀ ਤੁਸੀਂ ਗੱਲ ਕੁਝ ਕਰਨਾ ਚਾਹੁੰਦੇ ਹੋ ਕੁਝ ਹੋਰ ਜਾਂਦੀ ਹੈ, ਦੂਜਾ ਬੰਦਾ ਸਮਝ ਕੁਝ ਹੋਰ ਜਾਂਦਾ ਹੈ, ਸੋ ਪ੍ਰੈਕਟੀਕਲ ਕੁਝ ਹੋਰ ਨਜ਼ਰ ਆਉਂਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਭੰਬਲ ਭੂਸੇ ਪੈਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਸੋ ਕਿਤੇ ਤਾਂ ਸਰਕਾਰ ਨੂੰ ਇਹ ਚਾਹੀਦਾ ਸੀਗਾ ਕਿ ਆਪਸ ਦੇ ਵਿੱਚ ਡਾਇਲੌਗ ਹੁੰਦਾ, ਗੱਲਬਾਤ ਹੁੰਦੀ, ਔਰ ਉਸ ਗੱਲਬਾਤ ਦੇ ਵਿੱਚੋਂ ਜਿਹੜੇ ਮਸਲਿਆਂ ਦਾ ਹੱਲ ਹੋਣਾ ਸੀਗਾ। ਪਰ ਜਿਹੜੀ ਬੀਜੇਪੀ ਸਰਕਾਰ ਹੈ ਉਹ ਬਿਲਕੁਲ ਵੱਖਰੀ ਤਰ੍ਹਾਂ ਦੀ ਸਟ੍ਰੈਟਜੀ ਇੱਥੇ ਅਪਣਾਉਂਦੀ ਨਜ਼ਰ ਆ ਰਹੀ ਹੈ, ਸਿਰਫ ਮੀਡੀਆ ਦੇ ਰਾਹੀਂ ਆਪਣੀਆਂ ਗੱਲਾਂ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਕਰਕੇ ਦਿੱਕਤਾਂ ਆਉਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੋ ਆਪਾਂ ਹੀ ਬੇਨਤੀ ਕਰਾਂਗੇ ਕਿ ਬੀਜੇਪੀ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, ਜੇਕਰ ਸੱਚੀ ਮੁੱਚੀ ਉਹ ਕਿਸਾਨਾਂ ਦਾ ਭਲਾ ਚਾਹੁੰਦੀ ਹੈ, ਕਿਸਾਨ ਜਥੇਬੰਦੀਆਂ ਦੇ ਮਸਲੇ ਹੱਲ ਕਰਨਾ ਚਾਹੁੰਦੀ ਹੈ, ਔਰ ਜੇਕਰ ਉਹ MSP ਦੇ ਉੱਤੇ ਨਵਾਂ ਕਾਨੂੰਨੀ ਗਰੰਟੀ ਜਿਹੜੀ ਹੈਗੀ ਹੈ ਦੇਣਾ ਚਾਹੁੰਦੀ ਹੈ, ਤਾਂ ਉਸ ਨੂੰ ਅੱਗੇ ਆਉਣਾ ਚਾਹੀਦਾ ਔਰ ਗੱਲਬਾਤ ਕਰਨੀ ਚਾਹੀਦੀ ਹੈ। ਔਰ ਗੱਲਬਾਤ ਦੇ ਵਿੱਚੋਂ ਜੇ 5 ਨਹੀਂ ਤਾਂ 10 ਹੋ ਜਾਣਗੇ, 10 ਨਹੀਂ ਤਾਂ 20 ਹੋ ਜਾਣਗੇ। ਇਹਦੇ ਵਿੱਚ ਕੀ ਗੱਲ ਹੈ ਕਿ ਜਿੰਨੇ ਲੋਕ ਜ਼ਿਆਦਾ ਹੋਣਗੇ ਉਨਾ ਹੀ ਫਾਇਦਾ ਹੈ। ਉਹਦੇ ਵਿੱਚ ਇਹ ਸ਼ਰਤ ਲਾਉਣੀ ਕਿ ਅਸੀਂ ਤਾਂ 5 ਲਵਾਂਗੇ, ਜਾਂ ਤੁਸੀਂ ਇਹ ਕਰ ਲਓ ਕਿ ਵੱਖ-ਵੱਖ ਜਥੇਬੰਦੀਆਂ ਦੇ ਇੱਕ ਬੰਦਾ, ਇੱਕ ਨੁਮਾਇੰਦਾ ਲੈ ਲਓ, ਉਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ। ਡਾਇਲੌਗ ਜਿੰਨਾ ਵਧੀਆ ਡਾਇਲੌਗ ਹੋਏਗਾ ਉਨੀ ਵਧੀਆ ਚੰਗੇ ਰਿਜ਼ਲਟ ਜਿਹੜੇ ਨੇ ਨਿਕਲਣ ਦੀਆਂ ਸੰਭਾਵਨਾਵਾਂ ਨਜ਼ਰ ਆ ਸਕਦੀਆਂ ਨੇ। ਸੋ ਇਸ ਕਰਕੇ ਜਿਹੜੀ ਬੀਜੇਪੀ ਇਸ ਵੇਲੇ ਗੇਮ ਖੇਡ ਰਹੀ ਹੈ ਉਹ ਕਿਸਾਨਾਂ ਦੇ ਵਿੱਚ ਡਿਵਾਈਡ ਐਂਡ ਰੂਲ, ਜਿਹਨੂੰ ਆਪਾਂ ਕਹਿੰਦੇ ਨੇ ਕਿ ਪਾੜੋ ਤੇ ਰਾਜ ਕਰੋ, ਜਿਹੜੀ ਅੰਗਰੇਜ਼ਾਂ ਨੇ ਨੀਤੀ ਅਪਣਾਈ ਸੀਗੀ, ਉਸ ਤਰ੍ਹਾਂ ਦੀ ਨੀਤੀ ਉਹ ਦੁਬਾਰਾ ਫੇਰ ਇੱਥੇ ਪਾਉਣਾ ਚਾਹੁੰਦੀ ਹੈ। ਕਿਸਾਨਾਂ ਨੂੰ ਵੰਡਣਾ ਚਾਹੁੰਦੀ ਹੈ, ਜਥੇਬੰਦੀਆਂ ਨੂੰ ਵੰਡਣਾ ਚਾਹੁੰਦੀ ਹੈ। ਇਸ ਸੰਘਰਸ਼ ਨੂੰ ਬਹੁਤ ਥੋੜਾ ਕਰਕੇ ਅੰਕਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਹ ਗੱਲ ਨਹੀਂ ਹੋਣੀ ਚਾਹੀਦੀ। ਕਿਸਾਨਾਂ ਨੇ ਆਹੂਤੀਆਂ ਦਿੱਤੀਆਂ ਨੇ, ਕਿਸਾਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਕਿਸਾਨਾਂ ਨੇ ਝੱਖੜਾਂ ਦੇ ਵਿੱਚ, ਕਿਸਾਨਾਂ ਨੇ ਗਰਮੀਆਂ ਦੇ ਵਿੱਚ, ਸਰਦੀਆਂ ਦੇ ਵਿੱਚ, ਬਰਸਾਤਾਂ ਦੇ ਵਿੱਚ 1 ਸਾਲ ਤੋਂ ਲਗਾਤਾਰ ਉਹਨਾਂ ਨੇ ਕਸ਼ਟ ਕੱਟੇ ਨੇ। ਸੋ ਇਸ ਕਰਕੇ ਉਹਨਾਂ ਦੀ ਇਸ ਕੁਰਬਾਨੀ ਨੂੰ ਜਿਹੜਾ ਹੈਗਾ ਰੈਕੋਗਨਾਈਜ਼ ਕਰਨਾ ਚਾਹੀਦਾ ਹੈ, ਔਰ ਉਹ ਤਾਂ ਹੀ ਹੋਏਗੀ ਜੇਕਰ ਕਿਸਾਨਾਂ ਦੀਆਂ ਜਿਹੜੀਆਂ ਬਾਕੀ ਮੰਗਾਂ ਨੇ ਉਹਨਾਂ ਦੇ ਉੱਤੇ ਬੈਠ ਕੇ ਨਿੱਠ ਕੇ ਗੱਲਬਾਤ ਹੋਏਗੀ, ਔਰ ਉਹਦੇ ਉੱਤੇ ਇਦਾਂ ਦੀਆਂ ਸ਼ਰਤਾਂ ਲਾਉਣੀਆਂ ਕਿ 5 ਬੰਦੇ ਦਿਓ, 2 ਦਿਓ, 3 ਦਿਓ, 10 ਦਿਓ, ਇਦਾਂ ਦੀਆਂ ਕੋਈ ਜਿਹੜੇ ਹੈਗੇ ਸ਼ਰਤਾਂ ਨਹੀਂ ਲਾਉਣੀਆਂ ਚਾਹੀਦੀਆਂ। ਸਗੋਂ ਖੁੱਲ੍ਹ ਦਿਲੇ ਜਿਹੜੇ ਮਨ ਦੇ ਨਾਲ, ਜਿਵੇਂ ਮਨ ਕੀ ਬਾਤ ਕਰਦੇ ਆ, ਉਹਨਾਂ ਨੂੰ ਆਪਣਾ ਮਨ, ਆਪਣਾ ਦਿਲ ਜਿਹੜਾ ਹੈਗਾ ਖੁੱਲ੍ਹਾ ਰੱਖਣਾ ਚਾਹੀਦਾ। ਉਹ ਆਪਣੇ ਆਪ, ਮੋਦੀ ਸਾਹਿਬ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੇਰੀ 56 ਇੰਚ ਦੀ ਛਾਤੀ ਹੈ, ਔਰ 56 ਇੰਚ ਦਾ ਦਿਲ ਵੀ ਉਹਨਾਂ ਨੂੰ ਵੱਡਾ ਦਿਖਾਉਣਾ ਚਾਹੀਦਾ ਹੈ। ਸੋ ਇਸ ਕਰਕੇ ਹੁਣ
ਐਡਾ ਵੱਡਾ ਉਹਨਾਂ ਨੇ ਕੰਮ ਕੀਤਾ ਹੈ, ਇਸੇ ਕਰਕੇ ਵਾਹ ਉਹ ਖੱਟ ਰਹੇ ਨੇ ਔਰ 3 ਕਾਲੇ ਕਾਨੂੰਨ ਉਹਨਾਂ ਨੇ ਵਾਪਸ ਲਏ ਨੇ। ਹੁਣ ਜਿਹੜੀ ਇਹ ਥੋੜੀਆਂ ਮੋਟੀਆਂ ਜਿਹੜੀਆਂ ਕਮੀਆਂ ਰਹਿ ਗਈਆਂ ਉਹ ਵੀ ਉਹਨਾਂ ਨੂੰ ਵੱਡੇ ਦਿਲ ਦੇ ਨਾਲ ਦੂਰ ਕਰ ਦੇਣੀਆਂ ਚਾਹੀਦੀਆਂ ਨੇ। ਸੋ ਇਸ ਕਰਕੇ ਕਿਸਾਨਾਂ ਦੇ ਉੱਤੇ ਇਦਾਂ ਦੀਆਂ ਜਿਹੜੀਆਂ ਸ਼ਰਤਾਂ ਲਾ ਰਹੇ ਨੇ ਕਿ 5 ਬੰਦੇ ਦਿਓ ਜਾਂ ਇਦਾਂ ਕਰੋ, ਇਦਾਂ ਦੀਆਂ ਸ਼ਰਤਾਂ ਜਿਹੜੀਆਂ ਨੇ ਉਹ ਜਾਣਬੁੱਝ ਕੇ ਲਾਈਆਂ ਜਾ ਰਹੀਆਂ ਨੇ। ਇੱਕ ਪੋਲਿਟਿਕਸ ਜਿਹੜੀ ਹੈਗੀ ਆ ਡਿਵਾਈਡ ਕਰਨ ਦੀ, ਕਿਸਾਨਾਂ ਨੂੰ ਵੰਡਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਮੋਦੀ ਸਰਕਾਰ ਨੂੰ। ਸੁਖਵਿੰਦਰ ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਾਜਸਥਾਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।